6 ਅਧਿਆਏ ਉਸ ਦੀ 24 ਆਇਤ ਦੇ ਉੱਤੇ ਅਸੀਂ ਮਨਨ ਕਰਨ ਜਾ ਰਹੇ ਹਾਂ। ਹਾਂਜੀ ਪੜ੍ਹਦੇ ਹਾਂ। ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂ ਜੋ ਇੱਕ ਨਾਲ ਬੈਰ ਤੇ ਦੂਏ ਨਾਲ ਪ੍ਰੀਤ ਰੱਖੇਗਾ, ਜਾਂ ਇੱਕ ਨਾਲ ਮਿਲਿਆ ਰਹੇਗਾ ਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ਰ ਅਤੇ ਮਾਲ ਸੋਹਰ ਦੀ ਸੇਵਾ ਨਹੀਂ ਕਰ ਸਕਦੇ। ਮੇਰਾ ਅੱਜ ਦਾ ਵਿਸ਼ਾ ਹੈ, ਕੌਣ ਪ੍ਰਭੂ ਦੀ ਸੇਵਾ ਕਰ ਸਕਦਾ ਹੈ। ਇਹਦਾ ਮਤਲਬ ਕੌਣ ਪ੍ਰਭੂ ਦੀ ਸੇਵਾ ਕਰ ਸਕਦਾ ਹੈ, ਕੌਣ ਪਰਮੇਸ਼ਰ ਦੇ ਘਰ ਦੇ ਵਿੱਚ ਸੇਵਾਦਾਰ ਬਣ ਸਕਦਾ ਹੈ। ਉਹ ਜੋ ਇੱਕ ਦੀ ਭਗਤੀ ਕਰਦਾ ਹੈ। ਪਹਿਲੀ ਗੱਲ, ਉਹ ਜੋ ਇੱਕ ਦੀ ਭਗਤੀ ਕਰਦਾ ਹੈ। ਵਿਵਸਥਾ ਸਾਰ ਦੀ ਪੁਸਤਕ 6 ਦਾ 4 ਪੜ੍ਹੋ। ਯਹੋਵਾ ਸਾਡਾ ਪਰਮੇਸ਼ਰ ਇੱਕੋ ਹੀ ਯਹੋਵਾ ਹੈ। ਹਾਂ, ਇਹਦਾ ਮਤਲਬ ਜਿਹੜਾ ਇੱਕ ਪਰਮੇਸ਼ਰ ਹੈ, ਜਿਹੜਾ ਇੱਕ ਪਰਮੇਸ਼ਰ ਨੂੰ ਪਾਲਦਾ ਹੈ, ਜਿਹੜਾ ਇੱਕ ਪਰਮੇਸ਼ਰ ਨੂੰ ਜਾਣਦਾ ਹੈ, ਜਿਹੜਾ ਇੱਕ ਪਰਮੇਸ਼ਰ ਦੇ ਲਈ ਆਪਣੇ ਦਿਲ ਨੂੰ ਤਿਆਰ ਕਰਦਾ ਹੈ, ਉਹ ਪਰਮੇਸ਼ਰ ਦੀ ਸੇਵਾ ਕਰ ਸਕਦਾ ਹੈ ਨਹੀਂ ਇੱਕ ਪਰ ਇੱਥੇ ਪਾਇਆ ਤੇ ਇੱਕ ਦੂਜਾ ਉੱਥੇ ਪਾਇਆ, ਉਹ ਸੇਵਾ ਨਹੀਂ ਕਰਦਾ, ਉਹ ਸੇਵਾ ਕਰ ਹੀ ਨਹੀਂ ਸਕਦਾ। ਮੈਂ ਜਦੋਂ ਬੈਠਾ ਹੋਇਆ ਸੀ ਤਾਂ ਕਈ ਪਾਸੋਂ ਮੈਨੂੰ ਇੱਕ ਖਬਰ ਮਿਲੀ ਹੈ ਇਹਨਾਂ ਦਿਨਾਂ ਦੇ ਵਿੱਚ ਕਿ ਸਾਨੂੰ ਜਦੋਂ ਕਿਤੇ ਅਸੀਂ ਆਪਣਾ ਬਾਹਰ ਹੋਈਏ ਜਾਂ ਕਿਸੇ ਜਗ੍ਹਾ ਦੇ ਉੱਤੇ ਹੋਈਏ, ਅਣਜਾਣ ਜਗ੍ਹਾ ਦੇ ਵਿੱਚ ਸਾਨੂੰ ਕੋਈ ਆਪਣਾ ਕੁਛ ਲੈ ਕੇ ਆ ਜਾਵੇ, ਸਾਨੂੰ ਦੇਵੇ, ਤਾਂ ਅਸੀਂ ਕੀ ਕਰਾਂਗੇ? ਬੰਦੇ ਜਾਂ ਤਾਂ ਕਹਿੰਦੇ ਪ੍ਰਾਰਥਨਾ ਕਰੋ ਤੇ ਖਾਓ। Our God is holy God. ਉਹਨੇ ਮੈਨੂੰ ਕਿਸ ਤਰ੍ਹਾਂ ਪਵਿੱਤਰ ਕੀਤਾ ਹੈ ਇਹ ਸੋਚਣਾ। ਉਹਨੇ ਮੈਨੂੰ ਸੰਸਾਰ ਤੋਂ ਪਹਿਲੀ ਗੱਲ ਹੈ, ਜਦੋਂ ਉਹ ਸਵਰਗ ਤੋਂ ਆਇਆ ਇਸ ਲਈ ਹੈ ਕਿ ਮੈਨੂੰ ਸੰਸਾਰ ਤੋਂ ਅੱਡ ਕਰੇ। ਕਾਹਦੇ ਲਈ? ਸੰਸਾਰ ਤੋਂ ਅੱਡ ਕਰੇ। ਬਾਈਬਲ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਉਹ ਕਹਿੰਦਾ ਉਹਨੂੰ ਮੈਂ ਸੰਸਾਰ ਤੋਂ ਅੱਡ ਕਰ ਕੀ ਕਰਾਂ? ਅੱਡ ਤੋਂ, ਸੰਸਾਰ ਤੋਂ ਅੱਡ ਕਰਾਂ। ਮੇਰੇ ਨਾਲ ਯਹੋਨਾ ਦੀ ਇੰਜੀਲ 15 ਅਧਿਆਇ ਉਹਦੀ 19 ਆਇਤ ਪੜ੍ਹਨਾ। 15 ਦੀ 19। ਇਸੇ ਕਰਕੇ ਜਦ ਤੁਹਾਡੇ ਨਾਲ ਬਹਿਸ ਕਰਦਾ ਹੈ। ਹਾਂ, ਇਹਦਾ ਮਤਲਬ ਅਸੀਂ ਅੱਡ ਹੋਣਾ ਹੈ, ਉਹਨਾਂ ਤੋਂ ਵੱਖਰੇ ਹੋਣਾ ਹੈ, ਉਹਨਾਂ ਦੇ ਵਿੱਚ ਰਲਣਾ ਨਹੀਂ ਹੈ। ਉਹ ਭਾਵੇਂ ਮੇਰੇ ਬੈਰੀ ਬਣ ਜਾਣ, ਮੇਰੇ ਦੁਸ਼ਮਣ ਬਣ ਜਾਣ, ਮੈਨੂੰ ਚਾਹੇ ਮਰਨ ਵਾਲੇ ਬਣ ਜਾਣ, ਮੈਂ ਕਿਹਦੇ ਨਾਲ ਜੁੜਨਾ? ਬਾਈਬਲ 'ਚ ਲਿਖਿਆ ਹੈ, ਤੁਸੀਂ ਮਨੁੱਖਾਂ ਨੂੰ ਖੁਸ਼ ਨਹੀਂ ਕਰਨਾ। ਕਿਹਨੂੰ ਖੁਸ਼ ਕਰਨਾ? ਕਿਹਨੂੰ ਖੁਸ਼ ਕਰਨਾ? ਮੈਨੂੰ। ਜੇ ਮੈਂ ਮਨੁੱਖਾਂ ਨੂੰ ਖੁਸ਼ ਕਰਾਂ ਉਹ ਨਾਰਾਜ਼ ਹੋ ਜੂਗਾ, ਨਾਰਾਜ਼ ਹੋ ਤਾਂ ਫਿਰ ਮੈਂ ਪਰਮੇਸ਼ਰ ਦਾ ਕਿਉਂ, ਉਹਦਾ ਜਿਹੜਾ ਬਲੀਦਾਨ ਦਿੱਤਾ ਫਿਰ ਉਹ ਵਿਅਰਥ ਹੈ। ਜਿਹੜਾ ਉਹਨੇ ਮੇਰੇ ਪਵਿੱਤਰ ਕਰਨ ਦੇ ਲਈ ਕੀਤਾ, ਮੈਨੂੰ ਕਾਹਦੇ ਲਈ ਉਹਨੇ ਪਵਿੱਤਰ ਕੀਤਾ? ਕਿ ਮੈਂ ਪਰਮੇਸ਼ਰ ਦੀ ਸੇਵਾ ਕਰਾਂ। ਹਰ ਇੱਕ ਪਰਸਨ ਜਿਹੜਾ ਇੱਥੇ ਬੈਠਾ ਹੈ ਉਹ ਪਰਮੇਸ਼ਰ ਦੀ ਸੇਵਾ ਦੇ ਲਈ ਚੁਣਿਆ ਹੈ। ਕਿੱਦਾਂ ਦੀ ਸੇਵਾ ਹੈ ਮੈਂ ਨਹੀਂ ਜਾਣਦਾ। ਮੈਨੂੰ ਸੇਵਾ ਦਿੱਤੀ ਗਈ ਹੈ ਇੱਥੇ ਜਾ ਕੇ ਆਪਣਾ ਪ੍ਰਚਾਰ ਕਰਨਾ ਹੈ ਔਰ ਇਸ ਪ੍ਰਚਾਰ ਦੇ ਨਾਲ ਭੇਡਾਂ ਨੂੰ ਲੱਭਣਾ ਹੈ। ਮੈਨੂੰ ਸੇਵਾ ਨਹੀਂ ਕਰਨਾ, ਮੈਂ ਭੇਡਾਂ ਦੇ ਵਿੱਚ ਜਾ ਕੇ ਪਵਿੱਤਰ ਵਚਨ ਨੂੰ ਪ੍ਰਕਾਸ਼ਿਤ ਕਰਨਾ। ਤੁਹਾਨੂੰ ਕੀ ਸੇਵਾ ਦਿੱਤੀ ਗਈ ਹੈ? ਕਲੀਸਿਆ 'ਚ ਕਿਹੜਾ ਭਾਗ ਦਿੱਤਾ ਗਿਆ ਇਹ ਤੁਸੀਂ ਆਪ। ਇਹ ਸੇਵਾ ਪਰਮੇਸ਼ਰ ਨੇ ਕਲੀਸਿਆ ਦੇ ਵਿੱਚ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਦਿੱਤੀ ਗਈ ਹੈ। ਬਾਈਬਲ ਦੇ ਵਿੱਚ ਜਦੋਂ ਮੈਂ ਇਸ ਗੱਲ ਨੂੰ ਪੜ੍ਹ ਰਿਹਾ ਸਾਂ ਤਾਂ ਮੈਨੂੰ ਇਹ ਸਬਜੈਕਟ ਮਿਲਿਆ, ਹੂ ਕੈਨ ਸਰਵ ਦਾ ਲਾਰਡ। ਕੌਣ ਪਰਮੇਸ਼ਰ ਦੀ ਸੇਵਾ ਕਰ ਸਕਦਾ ਹੈ? ਇੱਕ ਵਿਅਕਤੀ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਮੈਂ ਤੁਸੀਂ ਦੋ ਵਿਆਹ ਦੇਖੇ ਇੱਕ ਬੰਦੇ ਦੇ ਘਰ ਦੇ ਵਿੱਚ, ਮਤਲਬ ਦੋ ਆਪਣਾ ਪਤਨੀਆਂ ਰਹਿੰਦੀਆਂ, ਦੇਖਿਆ ਹੈ ਜੀ? ਮੈਂ ਤਾਂ ਬਾਈਬਲ ਚ ਮੈਂ ਦੇਖਿਆ, ਹਕੀਕਤ ਦੇਖੀ। ਮੈਂ ਨਹੀਂ ਕਹਿੰਦਾ ਨਹੀਂ। ਉਹ ਬੰਦੇ ਨੂੰ
ਆਪਣਾ ਪਰਿਵਾਰ ਸੰਭਣਾ ਹੀ ਔਖਾ ਹੋ ਜਾਂਦਾ। ਇੱਕ ਕਹਿੰਦੀ ਆਹ ਕਰ, ਦੂਜਾ ਕਹਿੰਦਾ ਇਹ ਕਰ, ਉਹ ਆਇਆ ਹੀ ਦੇਖਦਾ ਰਹਿੰਦਾ ਹੈ। ਕੀ ਕਰ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਤਾਂ ਸਾਡੀ ਤਸਵੀਰ ਵੀ ਹੈ, ਮੈਂ ਇਹਨੂੰ ਖੁਸ਼ ਕਰਾਂ ਜਾਂ ਇਹਨੂੰ ਖੁਸ਼ ਕਰਾਂ। ਪਰ ਨਿਆਈ ਪਰਮੇਸ਼ਰ ਮੇਰੇ ਬਾਰੇ ਅਤੇ ਆਪ ਬਾਰੇ ਜਾਣਦਾ ਹੈ। ਅਸੀਂ ਕੀ ਕਰ ਰਹੇ, ਅਸੀਂ ਕਿੱਧਰ ਨੂੰ ਜਾ ਰਹੇ, ਉਹ ਜਾਣਦਾ ਹੈ। ਜੇ ਅਸੀਂ ਆਪਣੇ ਜੀਵਿਤ ਪਰਮੇਸ਼ਰ ਨੂੰ ਛੱਡ ਕੇ ਜਾ ਰਹੇ ਹਾਂ ਤਾਂ ਯਰਮਾਇਆ ਔਰ ਹਿਜ਼ਕਿਯਾ ਦੀ ਪੁਸਤਕ ਦੇ ਵਿੱਚ ਲਿਖਿਆ, ਹੇ ਬੇਵਿਚਾਰੀ ਇਸਰਾਇਲ, ਕੀ ਨਾਮ ਦਿੱਤਾ ਗਿਆ ਹੈ? ਹੇ ਬੇਵਿਚਾਰੀ ਇਸਰਾਇਲ, ਉਹਨੂੰ ਹਰਾਮ ਦਾ ਕਰਕੇ ਕਿਹਾ ਗਿਆ ਹੈ। ਅਸੀਂ ਪਰਮੇਸ਼ਰ ਨੂੰ ਜਾਣਦੇ ਹੋਏ ਕੀ ਕਰ ਰਹੇ? ਧੋਖਾ ਕਰ ਰਹੇ। ਕੀ ਕਰ ਰਹੇ? ਧੋਖਾ ਆਪਣੇ ਆਪ ਨੂੰ ਦੇ ਰਿਹਾ, ਉਹਨੂੰ ਪਤਾ ਹੈ ਸਾਰਾ। ਜਿਹੜਾ ਕੋਈ ਵਿਅਕਤੀ ਤੁਹਾਨੂੰ ਇਸ ਤਰ੍ਹਾਂ ਦੀ ਟੀਚ ਕਰਦਾ ਹੈ, ਸਿੱਖਿਆ ਕਰਦਾ, ਪ੍ਰਾਰਥਨਾ ਕਰਕੇ ਖਾਣਾ, ਉਸ ਵਿਅਕਤੀ ਨੂੰ ਹੀ ਛੱਡ ਦੇ, ਜੋ ਕਿ ਉਹ ਤੁਹਾਡੀ ਭਗਤੀ ਨੂੰ ਨਸ਼ਟ ਕਰ ਰਿਹਾ, ਤੁਹਾਡੀ ਸੇਵਾ ਦੇ ਪ੍ਰਤੀਫਲ ਨੂੰ ਜੋ ਪਰਮੇਸ਼ਰ ਦੇਣ ਜਾ ਰਿਹਾ ਉਸ ਨੂੰ ਖੋ ਰਿਹਾ, ਉਸ ਨੂੰ ਖਵਾਉਣ ਦੇ ਲਈ ਤੁਹਾਡੇ ਵਿੱਚ ਕੰਮ ਕਰ ਰਿਹਾ। ਮੈਂ ਆਪ ਨੂੰ ਇੱਕ ਚੀਜ਼ ਜ਼ਰੂਰ ਦੱਸਣਾ ਚਾਹਾਂਗਾ। ਇਸ ਦੁਨੀਆ ਦੇ ਵਿੱਚ ਸਭ ਤੋਂ ਪਿਆਰੀ ਚੀਜ਼ ਕੀ ਹੈ ਸਾਡੇ ਲਈ? ਦੁਨੀਆ ਦੇ ਵਿੱਚ ਪ੍ਰਭੂ ਨੂੰ ਛੱਡ। ਦੱਸੋ ਦੱਸ ਸੋ ਨਹੀਂ ਹੋਵੇ, ਮੈਂ ਕੋਈ ਔਖੀ ਚੀਜ਼ ਪੁੱਛ ਰਹੀ। ਪਹਿਲੇ ਨੰਬਰ ਤੇ ਤਾਂ ਆਪਣੀ ਹੈ ਨਹੀਂ, ਪਹਿਲੇ ਤੇ ਨੰਬਰ ਤੇ ਤਾਂ ਰੱਬ ਹੀ ਆ। ਨਹੀਂ ਮੈਂ ਉਹ ਕਿ ਪ੍ਰਭੂ ਨੂੰ ਛੱਡ ਦਿਓ। ਹੈ ਆਪਣੀ ਫੈਮਿਲੀ ਹੈ, ਦੈਟ ਇਜ਼ ਗੁੱਡ। ਤੁਸੀਂ ਬਹੁਤ ਅੱਛਾ ਜਵਾਬ ਦਿੱਤਾ ਹੈ, ਫੈਮਿਲੀ ਹੈ। ਹੁਣ ਜਦੋਂ ਅਸੀਂ ਪ੍ਰਭੂ ਕੋਲ ਆ ਗਏ, ਚੂਜ਼ ਕਰਨ ਦਾ ਮੌਕਾ ਆ ਗਿਆ, ਜਾਂ ਪਰਿਵਾਰ ਜਾਂ ਪ੍ਰਭੂ, ਦੱਸੋ ਕੀ ਕਰੂੰਗੀ? ਮੇਰੇ ਜੀਵਨ 'ਚ ਹੈ, ਮੈਂ ਫੈਸਲਾ ਡਾਇਰੈਕਟ ਫੜਿਆ ਔਰ ਅੱਜ ਵੀ ਕੋਈ ਮੈਨੂੰ ਕੁਝ ਕਹਿ ਨਹੀਂ ਸਕਦਾ ਕਿ ਹਾਂ ਇੱਦਾਂ। ਮੇਰਾ ਪ੍ਰਭੂ ਜਦੋਂ ਨਿਆਂ ਕਰੇਗਾ ਨਾ, ਉਸ ਵੇਲੇ ਮੈਨੂੰ ਫਕਰ ਤੁਹਾਡੇ 'ਚ ਹੈਗਾ ਇਹ ਫਕਰ? ਆਪਣੇ ਆਪ 'ਚ ਚਾਕੂ ਮਾਰ ਕੇ ਕੀ ਤੁਸੀਂ ਪ੍ਰਭੂ ਦੇ ਅਣਖੀ ਹੈਗੇ ਉਸ ਗੱਲ ਦੇ ਵਿੱਚ? ਮੇਰੇ ਪੇ ਨੇ ਮੈਨੂੰ ਕਹਿ ਦਿੱਤਾ ਸੀਗਾ, ਇੱਧਰ ਮੇਰੀ ਵਿਰਾਸਤ ਉੱਤੇ ਮੈਂ ਖੜਾ ਹਾਂ, ਉੱਧਰ ਤੇਰਾ ਪ੍ਰਭੂ ਖੜਾ ਹੈ, ਚੁਣ ਲੈ ਕਿਹਨੂੰ ਚੁਣ। ਮੈਂ ਉਹਨੂੰ ਛੱਡ ਕੇ ਜਿਸ ਤਰ੍ਹਾਂ ਰੂਤ ਨੇ ਫੈਸਲਾ ਲਿਆ, ਮੈਂ ਇਸੇ ਤਰ੍ਹਾਂ ਕਰ ਪਿਆ। ਮੈਂ ਨਹੀਂ ਦੇਖਿਆ ਪਿੱਛੇ ਨੂੰ ਕੌਣ ਹੈ, ਮੇਰੇ ਘਰ ਦੇ ਜਾਂ ਕੌਣ। ਅਣਵਿਆਹੇ ਕੱਪੜੇ ਪਾਏ ਹੋਏ ਵਿਅਕਤੀ ਦੀ ਤਰ੍ਹਾਂ ਮੈਂ ਕੁਝ ਮੈਨੂੰ ਚੱਕ ਕੇ ਉਹਨੂੰ ਧੋਣ ਦੇ ਕੱਪਾਂ 'ਚ ਸੁੱਟ ਦਿੱਤਾ ਜਾਊਗਾ, ਫਿਰ ਕੀ ਕਰਾਂ? ਕੋਈ ਫਾਇਦਾ? ਹੁਣ ਮੈਨੂੰ ਸਰਵ ਕਰਨ ਦਾ ਪਰਮੇਸ਼ਰ ਨੇ ਮੌਕਾ ਦਿੱਤਾ ਹੈ। ਤੂੰ ਜਾਂ ਤਾਂ ਸੰਸਾਰ ਦੀ ਸੇਵਾ ਕਰ ਲੈ ਜਾਂ ਮੇਰੀ ਸੇਵਾ ਕਰ ਲੈ, ਚੂਜ਼ ਤੁਸੀਂ ਕਰਨਾ ਹੈ। ਪਰ ਜੇ ਤੁਸੀਂ ਆਪਣੇ ਜੀਵਨ ਦੇ ਵਿੱਚ ਪ੍ਰਭੂ ਦੇ ਵਿੱਚ ਹੋ ਕੇ ਗਲਤ ਫੈਸਲਾ ਲੈਂਦੇ ਹੋ ਤਾਂ ਨਿਆਂ ਤੁਹਾਡੇ ਉੱਤੇ ਖੜਾ ਹੈ। ਮੈਂ ਵਰੀ ਜੋ ਕਿ ਮੈਂ ਤੁਹਾਨੂੰ ਦੱਸ ਰਿਹਾ, ਯੂ ਕੈਨ ਸਰਵ ਦਾ ਲੋਰਡ। ਤੁਸੀਂ ਪਰਮੇਸ਼ਰ ਦੀ ਸੇਵਾ ਕਰੋ, ਪਰਮੇਸ਼ਰ ਨੇ ਤੁਹਾਨੂੰ ਇਸ ਲਈ ਚੁਣਿਆ। ਤੁਸੀਂ ਸੰਸਾਰ ਦੇ ਵਿੱਚ, ਮੈਂ ਨਹੀਂ ਕਹਿੰਦਾ ਹੈ ਕਿ ਆਪਣੇ ਲੋਕਾਂ ਨੂੰ ਛੱਡ ਦਿਓ, ਉਹਨਾਂ ਨਾਲ ਗੱਲ ਨਾ ਕਰੋ, ਪਰ ਉਹਨਾਂ ਜਿਹੇ ਕੰਮ ਨਾ ਕਰੋ। ਤੁਸੀਂ ਅੰਡਰਸਟੈਂਡ? ਉਹਨਾਂ ਜਿਹੇ ਕੰਮ ਉਹ ਜੋ ਕਰਦੇ ਆ ਉਹ ਸਾਨੂੰ ਕਰਨ ਦੀ ਲੋੜ ਹੈ, ਉਹਦੇ ਵਿੱਚ ਸਾਨੂੰ ਹਸਤਾਖੇਪ ਕਰਨ ਦੀ ਲੋੜ ਹੈ, ਉਹਦੇ ਵਿੱਚ ਸਾਨੂੰ ਜਾਣ ਦੀ ਲੋੜ ਹੈ। ਮੈਂ ਦੂਸਰੀ ਗੱਲ ਦੱਸਣਾ ਚਾਹੁੰਦਾ ਹਾਂ, ਇਹ ਦੀ ਗੱਲ ਹੋ ਗਈ, ਮੇਰੇ ਬ੍ਰਦਰ ਦਾ ਵਿਆਹ ਹੈ। ਪਹਿਲਾ ਮੇਰਾ ਹੋ ਗਿਆ, ਮੈਂ ਸਭ ਤੋਂ ਛੋਟਾ, ਉਹ ਤੋਂ ਪਹਿਲਾਂ ਮੇਰੇ ਬੜੇ ਦਾ ਹੋ ਗਿਆ। ਗਵਲਾ ਵਿਚਾਰਾ ਉਹਦੇ ਫਸੇ ਰਿਹਾ ਸੀ, ਉਹਦਾ ਵਿਆਹ ਹੋਇਆ।
ਵਿਆਹ ਦੇ ਦਿਨ ਜਦੋਂ ਆਪਣਾ ਸਾਰਾ ਕੁਝ ਕਰਕੇ ਮੈਨੂੰ ਸੇਵਾ ਦੇ ਲਈ ਟਾਟਾ ਨਗਰ ਜਾਣਾ ਸੀ, ਮੈਂ ਉੱਥੇ ਹੀ ਛੱਡ ਕੇ ਨਿਕਲ। ਮੈਨੂੰ ਕਿਹਨੇ ਚੁਣਿਆ? ਹਾਜ਼ਰੀ ਦੇਤੀ, ਉੱਥੇ ਜਾ ਕੇ ਖੜਾ ਹੋ ਕੇ ਉਹਨੂੰ ਆਪਣਾ ਦੇ ਕੇ ਸਾਰਾ ਵੀ ਮੈਂ ਤੇਰੇ ਨਾਲ ਸਾਂਝ ਨਹੀਂ ਕਰ ਸਕਦਾ, ਤੂੰ ਸੰਸਾਰ ਦੇ ਵਿੱਚ ਹੈ, ਮੈਂ ਪ੍ਰਭੂ ਦੇ ਵਿੱਚ ਹਾਂ। ਮੈਂ ਉਸੇ ਵੇਲੇ ਉੱਥੋਂ ਕਿੱਥੇ ਨਿਕਲ ਗਿਆ? ਸੇਵਾ ਦੀ। ਤੇ ਕੀ ਅੱਜ ਉਹ ਮੇਰੇ ਭਰਾ ਨੇ ਮੈਨੂੰ ਬੁਲਾਉਣਾ ਬੰਦ ਕਰ ਦਿੱਤਾ? ਕਿ ਅਸੀਂ ਗੱਲ ਨਹੀਂ ਕਰਦੇ? ਕਿ ਉਹਦੇ ਨਿਆਣੇ ਮੇਰੇ ਨਾਲ ਗੱਲ ਨਹੀਂ ਕਰਦੇ? ਪਰ ਮੇਰੀ ਗਵਾਹੀ ਬਣ ਗਈ ਕਿ ਇਹ ਬੰਦਾ ਪ੍ਰਭੂ ਦੇ ਨਾਲ ਪੱਕਾ ਹੈ, ਸੰਸਾਰ ਦੇ ਨਾਲ। ਤੁਹਾਨੂੰ ਪ੍ਰਭੂ ਨੇ ਆਪਣੀ ਗਵਾਹੀ ਦੇ ਲਈ ਜੈਵੰਤ ਕੀਤਾ ਹੈ ਔਰ ਚੁਣਿਆ ਹੈ ਕਿ ਤੁਸੀਂ ਉਹਦੀ ਗਵਾਹੀ ਬਣਾਈ ਹੈ। ਗਵਾਹੀ ਜੇ ਬਣਾਉਣੀ ਹੈ ਤਾਂ ਪਰਮੇਸ਼ਵਰ ਦੀ ਸੇਵਾ ਕਰਨੀ ਪਏਗੀ, ਉਹ ਇਕੱਲੇ ਪਰਮੇਸ਼ਵਰ ਦੀ, ਜਿਹਨੇ ਮੈਨੂੰ ਪਾਪ ਦੇ ਵਿੱਚੋਂ ਚੁਣ ਕੇ ਆਪਣੇ ਸਵਰਗ ਰਾਜ ਦੇ ਲਈ ਰੱਖ ਲਿਆ, ਧਰ ਲਿਆ। ਉਹਦੀ ਸੇਵਾ ਦੇ ਵਿੱਚ ਵਫਾਦਾਰੀ ਨਾਲ ਲੱਗੇ ਰਹੋ। ਸੈਕੰਡਲੀ, ਦੂਸਰੀ ਗੱਲ ਅਸੀਂ ਦੇਖਾਂਗੇ, ਮੇਰੇ ਨਾਲ ਪਹਿਲਾ ਸ਼ੈਮੂਅਲ 12:24। ਉਹਦੀ ਸੱਚੀ ਭਗਤੀ ਕਰੋ ਅਤੇ ਧਿਆਨ ਕਰੋ ਕਿ ਤੁਹਾਡੇ ਲਈ ਉਸਨੇ ਕਿਹੜੇ ਵੱਡੇ ਕੰਮ ਕੀਤੇ ਹਨ। ਬਾਈਬਲ ਦੇ ਵਿੱਚ ਜਦੋਂ ਅਸੀਂ 12 ਅਧਿਆਏ ਉਹਦੀ 24 ਆਇਤ ਪੜ੍ਹਦੇ ਹਾਂ ਤਾਂ ਪਰਮੇਸ਼ਵਰ ਇਸ ਜਗ੍ਹਾ ਦੇ ਉੱਤੇ ਇਸਰਾਇਲ ਆਪਣੀ ਪ੍ਰਜਾ ਦੇ ਨਾਲ ਗੱਲ ਕਰ ਰਿਹਾ ਹੈ। ਸ਼ੈਮੂਅਲ ਦਾ ਸੰਦੇਸ਼ ਜਾ ਰਿਹਾ ਇਸਰਾਈਲੀਆਂ ਦੇ ਲਈ। ਹੁਣ ਸੇਵਾ ਦੇ ਅਗਲੇ ਪੜਾਅ ਦੇ ਵਿੱਚ ਆ ਰਹੇ। ਪਹਿਲੀ ਗੱਲ, ਇਕੱਲੇ ਪਰਮੇਸ਼ਵਰ ਦੀ ਸੇਵਾ ਕਰਨੀ ਹੈ, ਔਰ ਜਿਹੜੀ ਸੇਵਾ ਕਰਨੀ ਹੈ ਕਿੱਦਾਂ ਕਰਨੀ ਹੈ, ਉਹਦੇ ਵਿੱਚ ਇੱਥੇ ਸਾਫ਼ ਰੀਤੀ ਨਾਲ ਲਿਖਿਆ ਹੈ। ਕੀ ਲਿਖਿਆ ਹੈ? ਇੱਕ ਵਾਰੀ ਫਿਰ ਪੜ੍ਹਦੇ ਹੋ 24 ਆਇਤ ਨੂੰ। ਸੋ ਮੇਰਾ ਤੁਸੀਂ ਇੰਨਾ ਹੀ ਕਰੋ, ਕਿਉਂ ਕਰੋ ਜੋ ਯਹੋਵਾ ਕੋਲੋਂ ਡਰੋ। ਪਹਿਲੀ ਗੱਲ, ਉਹਦਾ ਭੈ ਮੰਨੋ। ਕੀ ਹੈ? ਹਾਂਜੀ, ਜੇ ਮੇਰੇ ਤੋਂ ਆ ਹੋ ਗਿਆ ਤਾਂ ਮੇਰੇ ਨਾਲ ਕੀ ਹੋ ਗਿਆ? ਬਾਈਬਲ 'ਚ ਕੀ ਲਿਖਿਆ? ਓਕੇ, ਦਾਊਦ ਨੇ ਗਲਤੀ ਕੀਤੀ ਸੀ। ਦਾਊਦ ਨੇ 3 ਗਲਤੀਆਂ ਕੀਤੀਆਂ। ਕਿੰਨੀਆਂ ਗਲਤੀਆਂ? 3। ਕਿਹੜੀ ਗਲਤੀ ਕੀਤੀ? ਪਹਿਲੀ ਗਲਤੀ ਕਿਹੜੀ ਕੀਤੀ ਸੀ ਉਹਨੇ? ਪਹਿਲੀ ਗਲਤੀ ਇਹ ਕੀਤੀ ਸੀ ਕਿ ਉਹਨੇ ਕਿ ਆਪਣੇ ਸਪਾਈ ਦੀ ਟੀਵੀ ਦੇ ਨਾਲ ਹਾਂ, ਠੀਕ ਹੈ, ਵਿਚਾਰ ਦਾ ਪਾਪ ਕੀਤਾ। ਸੈਕੰਡ, ਸੋਚਣਾ ਨਹੀਂ, ਬੋਲੋ ਬੜਾ ਫਰਕ। ਦੂਸਰੀ ਗਲਤੀ ਹੈ? ਹਾਂਜੀ, ਹੋਰ ਕੋਈ? ਦੂਸਰੀ ਗਲਤੀ ਨੇ ਕੀ ਕੀਤੀ ਸੀ? ਉਹ ਬੜਾ ਕਲੀਅਰ ਕਰਕੇ ਲਿਖਿਆ ਹੈ। ਹਾਂਜੀ, ਨਹੀਂ ਸੰਦੂਕ ਵਾਲੀ। ਹਾਂਜੀ, ਸੰਦੂਕ ਵਾਲੀ ਗੱਲ ਬਾਤ ਹੈ। ਹਾਂਜੀ, ਕੋਈ ਚੇਤਾ ਪਿੱਛੇ ਪੜ੍ਹੇ ਲਿਖੇ ਮਹਾਨ ਰਸੀ ਕੋਈ ਬੋਲੋ ਕਿ ਇਤਿਹਾਸ ਬਾਕੀ ਘਟਨਾ ਜਿਹੜੀ ਹੈ ਛੁਪੀ ਹੋ ਗਿਆ। ਦੂਸਰਾ ਪਾਪ ਕੀਤਾ ਸੀ ਉਹਨੇ, ਆਪਣੀ ਸੈਨਾ ਦੀ ਗਿਣਤੀ ਕੀਤੀ ਸੀ। ਉਹਨੂੰ ਪਾਪ ਦੇ ਲਈ ਉਸਕਾਇਆ ਸੀ ਸ਼ੈਤਾਨ ਨੇ ਕਿ ਆਪਣੀ ਪ੍ਰਜਾ ਦੀ ਗਿਣਤੀ ਤਾਂ। ਤੀਸਰਾ ਪਾਪ ਬੋਲੋ ਯਾਰ, ਇੰਨਾ ਵੀ ਨਹੀਂ ਆਪਣਾ ਹੋਣਾ ਚਾਹੀਦਾ। ਕਿੰਨੇ ਸਾਲ ਹੋ ਗਏ ਇਹਨੇ ਬਾਈਬਲ ਨੂੰ? ਤਾਂ ਤੁਸੀਂ ਹੁਣ ਜਾਣਾ ਚਾਹੀਦਾ ਸੀ ਇੰਨੇ ਸਾਲਾਂ ਹੈ। ਤੀਸਰਾ ਪਾਪ ਕੀ ਸੀਗਾ? ਇਹ ਤੋਂ ਨਾ ਉਹ ਕਹਿੰਦਾ ਸਭ ਕੌਣ ਪਰਮੇਸ਼ਵਰ ਦੀ ਸੇਵਾ ਕਰ ਸਕਦਾ? ਜੇ ਤੁਹਾਨੂੰ ਪਤਾ ਹੋਊਗਾ ਤਾਂ ਤੁਸੀਂ ਕਰ ਸਕਦੇ। ਜੇ ਪਤਾ ਹੀ ਨਹੀਂ ਹੈਗਾ ਤਾਂ ਫਿਰ ਕਿੱਦਾਂ ਕਰੋਗੇ? ਦਾਊਦ ਇੱਕ ਵਿਸ਼ਵਾਸੀ ਸੀ, ਉਹਨੇ 3 ਪਾਪ ਕੀਤੇ ਸੀ। ਅਸੀਂ ਵੀ ਵਿਸ਼ਵਾਸੀ ਹਾਂ, ਸਾਡੇ ਕੋਲ ਪਤਾ ਨਹੀਂ ਕਿੰਨੇ ਪਾਪ ਨੇ। ਪਰ ਬਾਈਬਲ ਦੇ ਵਿੱਚ ਦਾਊਦ ਦੇ ਪਾਪ ਕਾਊਂਟ ਕੀਤੇ ਗਏ, ਉਹ ਸਾਹਮਣੇ ਆਏ ਜਿਹੜੇ ਉਹਨੇ ਕੀਤੇ।
ਉਹਦੇ ਪੁੱਤਰ ਮਰਿਆ ਸੀਗਾ ਜੀ ਆਪਣੇ ਉਸ ਤੋਂ ਪਹਿਲਾਂ ਉਹਨੂੰ ਕੋਈ ਪਾਪ ਕੀਤਾ ਸੀ ਉਹਨੂੰ ਯਾਦ ਨਹੀਂ ਪੁੱਤਾਂ ਪੁੱਤਰ ਉਹ ਦਾ ਪੁੱਤਰ ਬਾਹਨਾ ਉਹਦੇ ਮਾਰਿਆ ਸੀ ਉਹਨੇ ਉਹ ਤਾਂ ਆਪਣਾ ਵਿਚਾਰ ਕਰਕੇ ਮਰ ਗਿਆ ਸੀਗਾ। ਉਹ ਸੇਮ ਹੀ ਹੈ, ਸੇਮ ਹੀ ਹੈ। ਲੜਾਓ ਥੋੜਾ ਜਿਹਾ ਘੋੜੇ ਦਿਮਾਗ ਵਿੱਚ ਆਪਣਾ ਪਹਿਲਾ ਸ਼ਾਮਲ ਦੂਸਰਾ ਸ਼ਾਮਲ ਦੇ ਵਿੱਚ ਲੜਾਓ। ਕੀ ਹੋਇਆ ਸੀ, ਕਿੱਦਾਂ ਹੋਇਆ ਸੀ, ਕੀ ਕੀਤਾ ਸੀਗਾ, ਹੈ ਹਾਂਜੀ। ਤੀਸਰਾ, ਉਹਨੇ ਆਪਣੇ ਪਰਿਵਾਰ ਦੇ ਵਿੱਚ ਪੱਖਪਾਤ ਕੀਤਾ ਸੀਗਾ। ਕੀ ਕੀਤਾ ਸੀਗਾ? ਪੱਖਪਾਤ ਕੀਤਾ ਸੀਗਾ। ਔਰ ਉਸ ਪੱਖਪਾਤ ਦੇ ਵਿੱਚ ਪਰਮੇਸ਼ਰ ਨੇ ਉਹਨੂੰ ਕਿਹਾ ਸੀਗਾ, ਜਾਂ ਤੂੰ ਆਪਣੇ ਪਰਿਵਾਰ ਨੂੰ ਚੁਣ ਲੈ ਜਾਂ ਤੂੰ ਆਪਣੀ ਪਰਜਾ ਨੂੰ ਚੁਣ। ਪਰਜਾ ਤੇ ਪਰਿਵਾਰ ਦੇ ਵਿੱਚ ਪੱਖਪਾਤ ਸਮਝ ਆ ਗਈ ਕਿੱਦਾਂ? ਹੁਣ ਮੈਂ ਸਮਝਾਉਂਦਾ। ਮੈਂ ਆਪਣੇ ਪਰਿਵਾਰ ਦੇ ਪੱਖ ਦੇ ਵਿੱਚ ਤੁਹਾਨੂੰ ਰੱਦ ਦਵਾਂ। ਹੁਣ ਸਮਝ ਆ ਗਈ ਮੇਰੀ ਗੱਲ? ਦਾਊਦ ਨੇ ਆਪਣੇ ਪਰਿਵਾਰ ਦਾ ਪੱਖ ਰੱਖ ਲਿਆ, ਪਰਜਾ ਨੂੰ ਜਾਣ। ਤਦ ਪਰਮੇਸ਼ਰ ਨੇ ਕਿਹਾ ਸੀ ਚੁਣ ਲੈ ਕਿ ਨਹੀਂ ਚੁਣ। ਕਹਿੰਦਾ ਹੁਣ ਮਰੀ ਤੇਰੇ ਸਾਰੇ ਟੱਬਰ ਦੇ ਉੱਤੇ ਆ। ਤਲਵਾਰ ਹੀ ਘੁੰਮੀ ਸੀ। ਜਦੋਂ ਪਰਮੇਸ਼ਰ ਨੇ ਮੈਨੂੰ ਸੇਵਾ ਕਰਕੇ ਚੁਣ ਲਿਆ ਹੈ ਔਰ ਸੇਵਾ ਕਰਕੇ ਮੈਂ ਗਲਤ ਕੰਮ ਕਰਦਾ ਹਾਂ ਤਾਂ ਪਰਮੇਸ਼ਰ ਦਾ ਨਿਆਂ। ਇਸ ਕਰਕੇ ਇੱਥੇ ਭਜਨ ਦੇ ਵਿੱਚ ਸ਼ੈਮੂਅਲ ਕਹਿ ਰਿਹਾ ਹੈ, ਇਸ ਸ਼ੈਮੂਅਲ ਦੀ ਪੁਸਤਕ ਦੇ ਵਿੱਚ, ਕਿ ਜਦੋਂ ਤੁਸੀਂ ਪਰਮੇਸ਼ਰ ਦੀ ਸੇਵਾ ਦੇ ਲਈ ਚੁਣੇ ਗਏ ਹੋ ਇਸ ਕਲੀਸਿਆ ਦੇ ਵਿੱਚ, ਤਾਂ ਫੇਅਰ ਆਫ ਦਾ ਗॉड ਤੁਹਾਡੇ ਜੀਵਨ ਦੇ ਵਿੱਚ ਹੋਣਾ ਚਾਹੀਦਾ ਕਿ ਮੈਂ ਇਹ ਕਰਾਂ ਤਾਂ ਉਹ ਪਰਮੇਸ਼ਰ ਦਾ ਕਾਨੂੰਨ ਮੇਰੇ ਤੇ। ਸਮਝਾ ਕਿ ਅਸੀਂ 119 ਦਾ 11 ਤਾਂ ਬੜਾ ਚਿੱਤਾ ਰੱਖਦੇ ਹਾਂ ਵੀ ਕੀ ਲਿਖਿਆ। ਗਿਆ 111 ਦਾ 119 ਦਾ 11 ਦੇ ਵਿੱਚ ਕੀ ਲਿਖਿਆ? ਹਾਂ ਮੋਨਿਕਾ, ਤੁਸੀਂ ਦੋਹਾਂ ਨੇ ਨਾ 20 ਵਾਰ ਲਿਖ ਕੇ ਲਿਖਿਆ ਹੋਇਆ। ਤੁਹਾਨੂੰ ਕਿੰਨੇ ਵਾਰੀ ਪੁੱਛਦਾ ਮੈਂ ਇਹ ਚਿਲਡਰਨ ਮਿਨਿਸਟਰੀ ਦਾ ਫੇਮਸ ਵਚਨ ਹੈ। ਬੱਚਿਆਂ ਦੀ ਸੇਵਾ ਦਾ ਬਹੁਤ ਮਸ਼ਹੂਰ ਵਚਨ ਹੈ। ਇਹ ਉਹਨਾਂ ਤੋਂ ਅੱਡ ਨਹੀਂ ਹੋਣਾ ਚਾਹੀਦਾ। ਤੇ ਸੇਵਾ ਦੇ ਵਿੱਚ ਸਾਨੂੰ ਇਹ ਵਚਨ ਦਿੱਤਾ ਗਿਆ ਹੈਗਾ, ਫੇਅਰ ਆਫ ਦ ਗॉड। ਇਹਦਾ ਮਤਲਬ ਮੈਂ ਤੇਰੇ ਵਚਨ ਨੂੰ ਆਪਣੇ ਦਿਲ ਵਿੱਚ, ਇਹਦਾ ਮਤਲਬ ਹਮੇਸ਼ਾ ਜਿਹੜਾ ਪਰਮੇਸ਼ਰ ਦੀ ਸੇਵਾ ਕਰਨ ਵਾਲਾ ਹੈ ਉਹਦੇ ਵਿੱਚ ਪਰਮੇਸ਼ਰ ਦੇ ਨਿਯਮ ਹਮੇਸ਼ਾ ਉਹਦੇ ਸਾਹਮਣੇ ਰਹਿਣੇ ਚਾਹੀਦੇ। ਕੀ ਰਹਿਣੇ ਚਾਹੀਦੇ ਆ? ਸਾਹਮਣੇ। ਇਹ ਦੂਸਰੀ ਗੱਲ ਹੈ। ਔਰ ਇਸੇ ਵਿੱਚ ਦੂਸਰੀ ਗੱਲ ਦੇ ਵਿੱਚ ਇੱਕ ਵਾਰੀ ਫਿਰ ਪੜੋ ਜੀ 24 ਆਇਆ। ਸੋ ਮੇਰਾ ਤੁਸੀਂ ਇੰਨਾ ਕਰੋ, ਯਹੋਵਾ ਕੋਲੋਂ ਡਰੋ ਅਤੇ ਆਪਣੇ ਸਾਰੇ ਮਨ ਨਾਲ ਉਹਦੀ ਸੱਚੀ ਭਗਤੀ ਕਰੋ। ਹਾਂ, ਸਾਰੇ ਮਨ ਨਾਲ ਸੱਚੀ ਭਗਤੀ ਕਰਨੀ। ਹਾਂਜੀ, ਸਾਰੇ ਮਨ ਨਾਲ ਸੱਚੀ ਭਗਤੀ ਕਰਨਾ ਕੀ ਹੈ? ਵਿੱਚ ਪ੍ਰਾਰਥਨਾ ਜੋ ਉੱਠ ਕੇ ਦੱਸ ਹੈ, ਵਜਨ ਜੋ ਉੱਠ ਕੇ ਦੱਸ ਬਾਤ ਹੋ ਜਾਂਦੀ। ਜੇ ਕੋਈ ਗਾਲਾਂ ਵੀ ਕੱਢਦਾ ਹੋਵੇ ਨਾ, ਫਟਾਫਟ ਪ੍ਰਾਰਥਨਾ, ਫਟਾਫਟ ਪ੍ਰਭੂ ਜੀ ਹਮੇ ਕੀ ਹੋਇਆ ਸੀ। ਇਹ ਸੱਚੀ ਭਗਤੀ ਹੈ। ਸੱਚੀ ਭਗਤੀ ਹੈ, ਪ੍ਰਭੂ ਮੇਰਾ ਮਨ ਤੇਰੇ ਨਾਲ। ਸੰਸਾਰ ਦੇ ਵਿੱਚ ਹੁਣ ਕੋਈ ਮਰੀ ਜਾਵੇ ਚਾਹੇ ਕੁਛ ਹੋਈ ਜਾਵੇ,